सच्चा पंजाबी ट्रांसपोर्ट ਸਾਹਿਤ ਦੀ ਭਾਸ਼ਾ ਬਾਰੇ ਹੈ और मैं इस कॉन्फ्रेंस के प्रबंधकों का शुक्रगुजार हाँ जिन्होंने नवे विषय से मैं सोचने का मौका दिता। पिछले साल भी कबीलिया की भाषा बारे मैंने सोचने पेपर लिखने लिए गया सी, वो भी मेरे लिए नवा सी और ये भी बिल्कुल पहली बारी मैं इस प्रवासी साहित्य इस माध्यम के नाल पढ़िया। पेपर ਲਈ ਤਾਂ ਸਮਾਂ नहीं है, कुछ ਗੱਲਾਂ ਨੇ ਜਿਹੜੀਆਂ ਆਪਾਂ 10 ਮਿੰਟ ਕਰ ਸਕਦੇ ਹਾਂ। ਇਹ ਸੈਮੀਨਾਰ ਦਾ ਜੋ ਵਿਸ਼ਾ ਇੱਕ ਪੰਜਾਬੀ ਕਿਸਾਨ ਦੇ ਨਾਲ ਹੈ ਔਰ ਭਾਸ਼ਾ ਸਾਹਿਤ ਸੱਭਿਆਚਾਰ ਦੇ ਹਵਾਲੇ ਦੇ ਨਾਲ ਹੈ। ਮੈਂ ਸਾਹਿਤ ਦੇ ਹਵਾਲੇ ਦੇ ਨਾਲ ਇਸ ਸਾਹਿਤ ਦੀ ਭਾਸ਼ਾ ਤੇ ਕੁਝ ਗੱਲਾਂ ਸੋਚੀਆਂ ਸੀ ਔਰ ਇਹ ਸੋਚਣ ਤੋਂ ਪਹਿਲਾਂ ਪਛਾਣ ਦੇ ਸੰਕਲਪ ਬਾਰੇ ਜਾਂ ਕਲਾਕਾਂ ਫੂਕੋ ਦਾ ਜਿਹੜਾ ਪਾਵਰ ਦਾ ਸੰਕਲਪ ਹੈ ਉਹ ਦੇਖੇ ਔਰ ਮੈਨੂੰ ਜੋ ਮੇਰੇ ਸਿਧਾਂਤਕ ਚੌਕਟੇ ਦੇ ਵਿੱਚ ਗੱਲ ਫਿੱਟ ਆਉਂਦੀ ਸੀ ਉਹ ਫਿਸ਼ਮੈਨ ਦੀ ਆਉਂਦੀ ਸੀ, ਜਿਹਦੇ 'ਚ ਉਹਨੇ ਭਾਸ਼ਾ ਨੂੰ ਪਛਾਣ ਦਾ ਆਧਾਰ ਮੰਨਿਆ ਕਿ ਭਾਸ਼ਾ ਵੀ ਬੰਦੇ ਦੀ ਪਛਾਣ ਤੇ ਸ਼ਕਤੀ ਦੀ ਪਾਵਰ ਦੇ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ। ਔਰ ਇਹ ਸਾਡੇ ਭਾਸ਼ਾ ਵਿਗਿਆਨ ਦੇ ਵਿੱਚ ਸੋਸ਼ੀਅਲ ਲਿੰਗੁਇਸਟਿਕਸ ਦੇ ਵਿੱਚ ਸਮਾਜ ਭਾਸ਼ਾ ਵਿਗਿਆਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਔਰ ਇਸ ਦ੍ਰਿਸ਼ਟੀ ਤੋਂ ਜਦੋਂ ਅਸੀਂ ਪਰਿਭਾਸ਼ਾ ਬਣਾਉਂਦੇ ਹਾਂ ਭਾਸ਼ਾ ਦੀ ਤਾਂ ਉਸ ਨੂੰ ਭਾਸ਼ਾ ਨੂੰ ਸਮਾਜਿਕ ਮਨੁੱਖੀ ਅਮਲ ਦੀ ਸਿਰਜਣਾ ਮੰਨ ਕੇ ਚੱਲਦੇ ਹਾਂ। ਔਰ ਦੂਸਰੀ ਗੱਲ ਜਿਹੜੀ ਮੈਂ ਇਸ ਦੌਰਾਨ ਪੜ੍ਹੀ ਉਹ ਇੱਕ ਜਰਮਨ ਖੋਜਕਾਰਾਂ ਦੀ ਇੱਕ ਰਿਪੋਰਟ ਸੀ ਜੋ ਕਰੰਟ ਬਾਇਓਲੋਜੀ ਨਾਮ ਦੇ ਇੱਕ ਰਸਾਲੇ ਛਪੀ ਸੀ। ਉਹਦੇ ਲਿਖਿਆ ਸੀ ਕਿ ਜਨਮ ਤੋਂ ਬਾਅਦ ਜਿਹੜਾ ਬਾਲ ਹੈ ਬੱਚਾ ਉਹਦਾ ਰੋਣਾ ਜਿਹੜਾ ਉਹਦੀ ਮਾਤ ਭਾਸ਼ਾ ਉੱਤੇ ਆਧਾਰਿਤ ਹੁੰਦਾ ਔਰ ਰੋਣਾ ਸੁਣ ਕੇ ਉਹਦੀ ਜਦ ਪਛਾਣੀ ਜਾ ਸਕਦੀ ਹੈ। ਇਸ ਡਾਟਾਬੇਸ ਸਟੱਡੀ ਹੈ। ਇਸ ਤੋਂ ਬਾਅਦ ਉਹਨਾਂ ਨੇ ਸਿੱਟਾ ਕੱਢਿਆ ਕਿ ਬੱਚੇ ਉੱਤੇ ਮਾਤ ਭਾਸ਼ਾ ਦਾ ਜਿਹੜਾ ਪ੍ਰਭਾਵ ਹੈ ਉਹ ਮਾਂ ਦੀ ਕੁੱਖ 'ਚ ਹੀ ਪੈਣਾ ਜਿਹੜਾ ਸ਼ੁਰੂ ਹੋ ਜਾਂਦਾ। ਉਹ ਸੁਭਾਵਿਕ ਹੈ ਕਿ ਕੁੱਖ ਵਿੱਚ ਸਭ ਤੋਂ ਪਹਿਲਾਂ ਮਾਂ ਦੀ ਆਵਾਜ਼ ਹੀ ਪੁੱਜਦੀ ਹੈ। ਉਹ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਮਨੁੱਖ ਦੀ ਪਛਾਣ ਦੀ ਪ੍ਰਮਾਣਿਕਤਾ ਦਾ ਆਧਾਰ ਵੱਡਾ ਆਧਾਰ ਜਿਹੜੀ ਆ ਉਹ ਵੀ ਭਾਸ਼ਾ ਬਣ ਜਾਂਦੀ। ਤੀਸਰੀ ਗੱਲ ਇਸ ਸੰਦਰਭ ਦੇ ਵਿੱਚ ਮੈਂ ਇਹ ਦੇਖੀ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਭਾਸ਼ਾ ਵਿਵਾਦ ਜਿਹੜੇ ਨੇ ਚੱਲ ਰਹੇ ਨੇ ਉਹ ਜਿਹੜੇ ਵਿਵਾਦ ਨੇ ਉਹ ਵੀ ਉਹਨਾਂ ਦੇ ਵਿੱਚੋਂ ਵੀ ਇਹੀ ਸਿੱਟਾ ਨਿਕਲਿਆ ਹੈ ਕਿ ਲੋਕੀ ਆਪਣੀ ਸਮੂਹਕ ਵਿਚਾਰਧਾਰਾ ਨਾਲੋਂ ਵੀ ਅੱਗੇ ਜਾ ਕੇ ਭਾਸ਼ਾ ਨਾਲ ਜੁੜ ਕੇ ਆਪਣੀ ਪਛਾਣ ਜਿਹੜੀ ਅੱਜ ਕੱਲ੍ਹ ਉਹ ਜਤਾਉਣ ਲੱਗੇ। ਔਰ ਪ੍ਰਵਾਸੀ ਪੰਜਾਬੀਆਂ ਦੇ ਸੰਦਰਭ ਦੇ ਵਿੱਚ ਜੋ ਗੱਲ ਬਣਦੀ ਹੈ ਉਹਨਾਂ ਨੇ ਵਿਕਸਿਤ ਪੂੰਜੀਵਾਦੀ ਜਿਹੜੇ ਸਮਾਜ ਨੇ ਉਹਨਾਂ 'ਚ ਗਏ ਨੇ ਔਰ ਲੰਮੇ ਸਮਿਆਂ ਦੇ ਪ੍ਰਵਾਸ ਅਧੀਨ ਰਹਿ ਕੇ ਕੀ ਕੀਤਾ ਹੈ ਕਿ ਪੰਜਾਬੀ ਪਛਾਣ ਨੂੰ ਜੋ ਖੇਤਰੀਅਤਾ ਹੈ ਖੇਤਰੀਅਤਾ ਦੇ ਵਿੱਚੋਂ ਕੱਢ ਕੇ ਇੱਕ ਗਲੋਬਲ ਪਛਾਣ ਦਿੱਤੀ ਹੈ। ਇਹਨਾਂ ਕੁਝ ਗੱਲਾਂ ਦੇ ਆਧਾਰ ਤੇ ਮੈਂ ਆਪਣਾ ਇਹ ਪੇਪਰ ਜਿਹੜਾ ਹੈ ਉਹ ਡਿਵੈਲਪ ਕੀਤਾ ਸੀ ਔਰ ਇਹ ਬੇਸਿਕਲੀ ਸਮਾਜ ਭਾਸ਼ਾ ਵਿਗਿਆਨ ਦੇ ਸਿਧਾਂਤਕ ਚੌਕਟੇ ਦੇ ਵਿੱਚ ਹੈ। ਔਰ ਸਮਾਜ ਭਾਸ਼ਾ ਵਿਗਿਆਨੀਆਂ ਦੇ ਜਦੋਂ ਦੇਖਦੇ ਆ ਭਾਸ਼ਾ ਨੂੰ ਉਹ ਕਹਿੰਦੇ ਕਿ ਭਾਸ਼ਾ ਸਿਰਫ ਜੋ ਸੰਰਚਨਾਵਾਦੀ ਜਿਸ ਤਰ੍ਹਾਂ ਦਾ ਸਟਰਕਚਰਲ ਲਿੰਗੁਇਸਟ ਸੋਚਦੇ ਸੀ ਕਿ ਭਾਸ਼ਾ ਭੌਤਿਕ ਲੱਛਣਾਂ ਦਾ ਸੰਗ੍ਰਹਿ ਹੈ। ਉਹ ਕਹਿੰਦੇ ਨਹੀਂ, ਭੌਤਿਕ ਲੱਛਣਾਂ ਦਾ ਸੰਗ੍ਰਹਿ ਨਹੀਂ, ਇੱਕ ਸਮਾਜਿਕ ਵਰਤਾਰਾ ਹੈ। ਯਾਨੀ ਕਿ ਬੋਲੀ ਨੂੰ ਭਾਸ਼ਾ ਨੂੰ ਸਮਾਜਿਕ ਪ੍ਰਪੇਖ ਦੇ ਵਿੱਚ ਵੇਖਣ ਦੀ ਉਹ ਸਿਫਾਰਿਸ਼ ਕਰਦੇ ਆ। ਤੋ ਜਦੋਂ ਅਸੀਂ ਕਿਸੇ ਭਾਸ਼ਾ ਦੇ ਜਿਹੜੇ ਸਮਾਜਿਕ ਸੰਦਰਭ ਹੈ ਉਹ ਬਦਲ ਜਾਂਦੇ ਆ ਤਾਂ ਫਿਰ ਕੀ ਹੈ ਕਿ ਉਹਨਾਂ ਸਮਾਜਿਕ ਸੰਦਰਭਾਂ ਦੇ ਮੁਤਾਬਕ ਹੀ ਉਹ ਭਾਸ਼ਾ ਜਿਹੜੀ ਹੈ ਉਹ ਜਿਹੜੀ ਆਪਣਾ ਰਾਹ ਅਖਤਿਆਰ ਕਰਦੀ ਹੈ। ਸੋ ਵਿਦੇਸ਼ੀ ਜਿਹੜੇ ਵਸਦੇ ਲੋਕ ਨੇ ਜਾਂ ਪੰਜਾਬੀ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੀ ਭਾਸ਼ਾ ਤੇ ਪੱਛਮੀ ਭਾਈਚਾਰੇ ਦਾ ਪੂਰੇ ਜੀਵਨ ਤੇ ਪ੍ਰਭਾਵ ਹੈ ਜਿਹੜਾ ਉਹ ਪ੍ਰਭਾਵ ਜਿਹੜਾ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਹੈ ਮਿਲਦਾ ਹੈ। ਸੋ ਪੱਛਮੀ ਸਮਾਜਿਕ ਪ੍ਰਵੇਸ਼ ਦੇ ਅੰਤਰਗਤ ਜਦੋਂ ਪੰਜਾਬੀ ਭਾਸ਼ੀ ਲੋਕ ਜਾਂ ਕਹਿ ਲਓ ਕਿ ਪੰਜਾਬੀ
ਪ੍ਰਵਾਸੀ ਪੰਜਾਬੀ रूबरू ਹੋਏ ਉਹਨਾਂ ਸਥਿਤੀਆਂ ਦੇ ਵਿੱਚ ਤਾਂ ਉਹ ਕੁਝ ਡਾਇਸਪੋਰਿਕ ਭਾਸ਼ਾਈ ਸੂਤਰ ਜਿਹੜੇ ਨੇ ਉਹ ਵਿੱਚੋਂ ਨਿਕਲ ਕੇ ਸਾਹਮਣੇ ਆਏ। ਇਹ ਗੱਲ ਸਿਧਾਂਤਕ ਦ੍ਰਿਸ਼ਟੀ ਤੋਂ ਵੀ ਕੀਤੀ ਜਾ ਸਕਦੀ ਹੈ ਤੇ ਵੈਸੇ ਇੱਕ ਸੁਭਾਵਿਕ ਗੱਲ ਵੀ ਹੈ ਕਿ ਜਦੋਂ ਅਸੀਂ ਕਿਸੇ ਬਗਾਨੇ ਮੁਲਕ ਜਾਂਦੇ ਹਾਂ ਤਾਂ ਉਹਨਾਂ ਦੀ ਭਾਸ਼ਾ ਬੋਲਣੀ ਸਾਡੀ ਲੋੜ ਬਣ ਜਾਂਦੀ ਹੈ। ਤੇ ਸਮਾਜ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ 'ਚ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀ ਹੈ ਇਹ ਦੁਭਾਸ਼ਾਵਾਦ ਹੈ, ਬਾਈਲਿੰਗੁਅਲਿਜ਼ਮ ਦਾ ਵਰਤਾਰਾ ਇਸ ਨੂੰ ਕਿਹਾ ਜਾਂਦਾ ਹੈ। ਤਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਪ੍ਰਵਾਸਤ ਪੰਜਾਬੀ ਲੋਕ ਨੇ ਉਹਨਾਂ ਨੂੰ ਇਹ ਜਿਹੜਾ ਵਰਤਾਰੇ ਦਾ ਸਾਹਮਣਾ ਕਰਨਾ ਪਿਆ ਔਰ ਪੰਜਾਬੀ ਭਾਸ਼ੀ ਜਿੰਨਾ ਵੀ ਭਾਈਚਾਰਾ ਗਿਆ ਉੱਧਰ ਉਹ ਉੱਥੇ ਜਾ ਕੇ ਆਪਣੇ ਜਿੰਨੇ ਆਪਣੇ ਘਰੇਲੂ ਵਾਤਾਵਰਨ ਦੇ ਵਿੱਚ ਜੋ ਤਿਉਹਾਰ ਸੱਭਿਆਚਾਰਕ ਸਮਾਗਮ ਕਰਦਾ ਹੈ ਉੱਥੇ ਉਹ ਪੰਜਾਬੀ ਬੋਲਦੇ ਆ ਔਰ ਜਦੋਂ ਆਪਣੇ ਕੰਮਾਂ ਕਾਰਾਂ 'ਚ ਜਾਂਦੇ ਆ ਤਾਂ ਉੱਥੇ ਉਹਨਾਂ ਦਾ ਵਾਹ ਜਿਹੜਾ ਹੈ ਉਹ ਦੂਸਰੀ ਭਾਸ਼ਾ ਦੇ ਸੰਪਰਕ 'ਚ ਆਉਂਦੇ ਆ ਔਰ ਮਜਬੂਰਨ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਪੈਂਦੀ ਹੈ। ਸੋ ਇੱਕੋ ਕਮਿਊਨਿਟੀ ਜਦੋਂ ਦੋ ਭਾਸ਼ਾਵਾਂ ਦੀ ਇਸ ਤਰ੍ਹਾਂ ਵਰਤੋਂ ਕਰਦੀ ਹੈ ਤਾਂ ਨੈਚੁਰਲੀ ਉਹ ਜਿਹੜੀ ਹੈ ਦੁਭਾਸ਼ਿਕ ਸਥਿਤੀਆਂ 'ਚੋਂ ਲੰਘਣਾ ਪਏਗਾ। ਸੋ ਫਿਰ ਕੀ ਹੈ ਜਦੋਂ ਦੁਭਾਸ਼ਿਕ ਸਥਿਤੀਆਂ ਦਾ ਸਾਹਮਣਾ ਕਰਨਾ ਪਏਗਾ ਤਾਂ ਫਿਰ ਉਹਨੂੰ ਆਪਣਾ ਜਿਹੜਾ ਭਾਸ਼ਾਈ ਕੋਡ ਹੈ ਉਹ ਬਦਲਣਾ ਪਊਗਾ ਔਰ ਇੱਕੋ ਬੰਦਾ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਪਣਾ ਕੋਡ ਵਟਾਂਦਰਾ ਜਿਹੜਾ ਉਹ ਕਰਦਾ ਰਹਿੰਦਾ। ਸੋ ਦੁਭਾਸ਼ੀ ਸਥਿਤੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਿਦੇਸ਼ੀ ਭਾਸ਼ਾ ਦੇ ਸ਼ਬਦ ਸਾਡੀ ਬੋਲਚਾਲ ਦੇ ਵਿੱਚ ਸੁਭਾਵਿਕ ਦਾਖਲ ਹੋ ਜਾਂਦੇ ਆ ਔਰ ਇਹਨਾਂ ਨੂੰ ਬੋਲਣ ਲੱਗਿਆ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਜਿਹੜਾ ਕੋਈ ਉਪਰਾ ਸ਼ਬਦ ਬੋਲਦੇ ਹਾਂ ਜਾਂ ਉਪਰੀ ਭਾਸ਼ਾ ਬੋਲਦੇ ਹਾਂ। ਹੌਲੀ ਹੌਲੀ ਇਹੋ ਜਿਹਾ ਸਮਾਂ ਬਣ ਜਾਂਦਾ ਹੈ ਜਦੋਂ ਪੜ੍ਹੇ ਲਿਖੇ ਜਾਂ ਜੋ ਲੋਕ ਇੱਧਰੋਂ ਲੇਬਰ ਕਲਾਸ ਦੇ ਵਿੱਚੋਂ ਜਾਂਦੇ ਹਨ ਪਰ ਉਹ ਵੀ ਉਸੇ ਤਰ੍ਹਾਂ ਬੋਲਣ ਲੱਗ ਜਾਂਦੇ। ਸੋ ਵੱਖ-ਵੱਖ ਮੁਲਕਾਂ ਦੇ ਵਿੱਚ ਜੋ ਦੁਭਾਸ਼ਿਕ ਸਥਿਤੀਆਂ ਨੇ ਉਹਨਾਂ ਦੇ ਵਿੱਚ ਜੋ ਵੱਖਰੀਆਂ ਭਾਸ਼ਾਵਾਂ ਨੇ ਉਹਨਾਂ ਦੀ ਅੰਤਰ ਕਿਰਿਆ ਦੇ ਵਰਤਾਰੇ ਨੂੰ ਜਦੋਂ ਅਸੀਂ ਸਮਾਜ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ ਤਾਂ ਸਾਨੂੰ ਨਜ਼ਰ ਆਉਂਦਾ ਹੈ ਦੋ ਸ਼ਬਦ ਵਰਤਦੇ ਆ ਕੋਡ ਮਿਕਸਿੰਗ ਤੇ ਕੋਡ ਸਵਿਚਿੰਗ, ਜਿਹਨੂੰ ਅਸੀਂ ਕੋਡ ਮਿਸ਼ਰਨ ਤੇ ਕੋਡ ਪਰਿਵਰਤਨ ਕਹਿ ਸਕਦੇ ਹਾਂ। ਕੋਡ ਵੀ ਇਸ ਸਾਡੇ ਸਿਧਾਂਤ ਦੇ ਵਿੱਚ ਕੀ ਹੈ ਕਿ ਚਿੰਨ੍ਹ ਹੈ ਜਾਂ ਚਿੰਨ੍ਹਕਾਰੀ ਹੈ ਜਾਂ ਚਿੰਨ੍ਹਕਾਰੀ ਸਿਸਟਮ ਹੈ ਜੋ ਭਾਸ਼ਾ ਯੁਗਤਾਂ ਦੇ ਰਾਹੀਂ ਹੀ ਸਾਕਾਰ ਹੁੰਦਾ। ਤਾਂ ਕੋਡ ਮਿਸ਼ਰਨ ਜੇ ਦੇਖੀਏ ਤਾਂ ਜਸਦੀ ਧਰਤੀ ਦੀ ਜਿਹੜੀ ਭਾਸ਼ਾ ਹੈ ਜਾਂ ਭਾਸ਼ਾਵਾਂ ਨੇ ਉੱਥੇ ਵੀ ਹੋ ਸਕਦਾ ਹੈ ਪਰ ਡਾਇਸਪੋਰਿਕ ਸਥਿਤੀਆਂ ਦੇ ਸੰਘਣੇ ਸੰਪਰਕ ਵਿੱਚ ਇਹ ਮਿਸ਼ਰਨ ਥੋੜਾ ਜਿਹਾ ਤੇਜ਼ੀ ਨਾਲ ਵਾਪਰਦਾ ਹੈ ਔਰ ਵਾਪਰਦਾ ਨਹੀਂ ਕਹਿ ਸਕਦੇ ਆਰੋਪਿਤ ਹੁੰਦਾ ਕਹਿ ਸਕਦੇ ਹਾਂ। ਉਹ ਡਾਇਸਪੋਰਿਕ ਸਥਿਤੀਆਂ ਦੇ ਵਿੱਚ ਕੋਡ ਮਿਸ਼ਰਨ ਸੰਚਾਰ ਪ੍ਰਕਿਰਿਆ ਨੂੰ ਖੰਡਿਤ ਵੀ ਨਹੀਂ ਕਰਦਾ ਪਰ ਸਥਾਨਕ ਸਥਿਤੀਆਂ ਦੇ ਵਿੱਚ ਕਈ ਵਾਰੀ ਅਜਿਹਾ ਮਿਸ਼ਰਨ ਜਿਹੜਾ ਸਮੱਸਿਆ ਪੈਦਾ ਕਰ ਦਿੰਦਾ ਹੈ ਕਿਉਂਕਿ ਮੂਲ ਭਾਸ਼ਾ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਇਹੋ ਜਿਹੇ ਸ਼ਬਦ ਇਹੋ ਜਿਹੇ ਚਿੰਨ੍ਹ ਹੁੰਦੇ ਆ ਔਰ ਵਿਦੇਸ਼ੀ ਭਾਸ਼ਾ ਦੇ ਚਿੰਨ੍ਹ ਉਸ ਸਥਿਤੀ ਦੇ ਵਿੱਚ ਸਾਨੂੰ ਉੱਪਰੇ ਲੱਗਦੇ ਆ। ਵੈਸੇ ਵੀ ਹਰ ਭਾਸ਼ਾ ਦਾ ਆਪਣਾ ਜਿਹੜਾ ਕੋਡ ਸਿਸਟਮ ਹੈ ਉਹ ਵੱਖਰਾ ਹੁੰਦਾ। ਹੁਣ ਗੱਲ ਹੈ ਸਾਹਿਤ ਦੀ ਕਿ ਜੋ ਪ੍ਰਵਾਸੀ ਸਾਹਿਤ ਹੈ ਭਾਸ਼ਾ ਤੇ ਸਾਹਿਤ ਦੋਨੇ ਹੀ ਆਪਸ ਵਿੱਚ ਲੋਕ ਜੀਵਨ ਦੇ ਅੰਗ ਸੰਗ ਹੋ ਕੇ ਤੁਰਦੇ ਆ ਔਰ ਪੰਜਾਬੀ ਡਾਇਸਪੋਰੇ ਦੀ ਜਿਹੜੀ ਭਾਸ਼ਾ ਹੈ ਅਤੇ ਪੰਜਾਬੀ ਡਾਇਸਪੋਰਾ ਜਿਹੜਾ ਡਾਇਸਪੋਰਿਕ ਸਾਹਿਤ ਹੈ ਉਹ ਪੱਛਮੀ ਪ੍ਰਭਾਵ ਜਾਂ ਓਪਰੀ ਜਿਹੜੀ ਲੈਂਗੁਏਜ ਹੈ ਭਾਸ਼ਾ ਹੈ ਉਹਦੇ ਨਾਲ ਉਹ ਨਿਰਲੇਪ ਜਿਹੜਾ ਨਹੀਂ ਰਹਿ ਸਕਦਾ। ਉਹ ਪ੍ਰਵਾਸੀ ਪੰਜਾਬੀਆਂ ਦੀ ਭਾਸ਼ਾ ਦੇ ਵਿੱਚ ਬੋਲਚਾਲ ਦੀ ਪੱਧਰ ਉੱਤੇ ਜੋ ਵੀ ਪ੍ਰਭਾਵ ਦਾਖਲ ਹੋਏ ਜਾਂ ਹੋ ਰਿਹਾ ਹੈ ਉਹ ਪ੍ਰਵਾਸੀ ਪੰਜਾਬੀ ਸਾਹਿਤ ਦੀ ਭਾਸ਼ਾ ਉਹਦੇ ਸ਼ਬਦਕੋਸ਼ ਉਹਦੀ ਭਾਸ਼ਾ ਸ਼ੈਲੀ ਉਹ ਸਾਰਿਆਂ ਦੇ ਵਿੱਚ ਸਾਨੂੰ ਪ੍ਰਤੀਬਿੰਬਤ ਹੋਏ ਮਿਲਦੇ ਆ। ਪ੍ਰਵਾਸੀ ਪੰਜਾਬੀ ਸਾਹਿਤ ਵਿਚਲੀ ਭਾਸ਼ਾ ਇੱਕ ਪਾਸੇ ਤਾਂ ਆਪਣੀ ਪਰੰਪਰਾ ਜਿਹੜੀ ਹੈ ਉਸ ਦੀ ਨਿਰੰਤਰਤਾ ਨੂੰ ਤੇ ਦੂਜੇ ਪਾਸੇ ਨਵੇਂ ਪ੍ਰਯੋਗ ਜਿਹੜੇ ਨੇ ਉਹਨਾਂ ਦੀ ਵਿਲੱਖਣਤਾ ਨੂੰ ਰੂਪਮਾਨ ਕਰਦੀ ਹੈ। ਪਿਛਲੀ ਸਦੀ ਦੇ ਵਿੱਚ ਜਿੰਨੇ ਵੀ ਸਾਹਿਤਕਾਰ ਕੈਨੇਡਾ ਅਮਰੀਕਾ ਇੰਗਲੈਂਡ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਗਏ ਜਾਂ ਕਹਿ ਲਓ ਕਿ ਚਰਚਿਤ ਹੋਏ ਉਹ ਸਾਰੇ ਹੀ ਆਪਣੀ ਮੂਲ ਧਰਤੀ ਪੰਜਾਬ ਤੋਂ ਹੀ ਪੰਜਾਬੀ ਸਾਹਿਤ ਦਾ ਮੁਹਾਵਰਾ ਲੈ ਕੇ ਗਏ ਸੀ ਔਰ ਜਾਂ ਕਹਿ ਲਓ ਕਿ ਤੁਰੇ ਸੀ ਪਰ ਵਿਦੇਸ਼ਾਂ ਵਿੱਚ ਕੁਝ ਦੇਰ ਤੱਕ ਉਹਨਾਂ ਨੇ ਜੋ ਸਾਹਿਤ ਰਚਿਆ ਜਾਂ ਉਹਨਾਂ ਦੀਆਂ ਸਾਹਿਤਕ ਰਚਨਾਵਾਂ ਦਾ ਮੁਹਾਂਦਰਾ ਉਹ ਹੀ ਰਿਹਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਉਧਰਲੇ ਉਹ ਜੀਵਨ ਦੇ ਨਾਲ ਇਕਸੁਰ ਹੋਏ ਤਾਂ ਫਿਰ ਜਿਹੜਾ ਹੈ ਇੰਗਲਿਸ਼ ਪੰਜਾਬੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਹਦੇ ਵਿੱਚ ਵੈਸੇ ਇਸ ਤਰ੍ਹਾਂ ਦੀ ਸਥਿਤੀ ਹੁਣ ਪੰਜਾਬ ਦੇ ਵਿੱਚ ਵੀ ਹੈ ਔਰ ਉਹ ਜਿਹੜੀ ਇੰਗਲਿਸ਼ ਪੰਜਾਬੀ ਹੈ ਉਹ ਪ੍ਰਵਾਸ ਭੋਗਦੇ ਪੰਜਾਬੀਆਂ ਦੀ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣੀ ਹੈ ਔਰ ਜਦੋਂ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣ ਗਈ ਤਾਂ ਫਿਰ ਉਹ ਪੰਜਾਬੀ ਸਾਹਿਤ ਦੇ ਵਿੱਚ ਵੀ ਉਹ ਸ਼ਬਦ ਆ ਗਏ। ਕਵਿਤਾ ਦੇ ਵਿੱਚ ਵੀ ਨੇ, ਕਹਾਣੀ ਦੇ ਵਿੱਚ ਵੀ ਨੇ, ਨਾਵਲ ਦੇ ਵਿੱਚ ਵੀ ਨੇ। ਮੈਂ ਬਹੁਤ ਹੀ ਇਸ ਸਮੇਂ ਦੌਰਾਨ ਸ਼ਾਇਰੀ ਪੜ੍ਹੀ ਹੈ ਜਾਂ ਇੱਕ ਮੈਨੂੰ ਨਾਵਲ ਹੋਣੀ
चहल साहब का थोड़े दिन में मिले, वो कुछ झाती मारी सी। और ये सारा जो भाषाई मुहावरा है उस तरह का इन्होंने मिलता है। सो ये दुभाषावाद का जो वरतारा है वो प्रवासी पंजाबी साहित्य कला युगत का एक नवा उपलक्षण बन के मैनू नजर आया। और ये दुभाषिक स्थिति का असर प्रवास के समुचे पंजाबी साहित्य ही जज्ब होया। पर मैं क्योंकि ज्यादा कविता से ध्यान केंद्रित किया और उस सामने जो कुछ मिसालां जिहड़ियां वो पेश करूंगा। बहुते कवियां ने ये जो दुभाषिक कोड है उन्होंने आत्मसात किया तो सुभाविक तरीके दे नाल ही अपनी शायरी दे विच पेश किया है। दर्शन गिल की एक रज़म है, जे सोच नूं फ्लश ही करना है तो सिंक उपर जड़े शीशे विच देखदी सबूती आ, बाथरूम नूं अपनी सीमा क्यों नहीं मनदी, आकाश की कल्पना किवें करदी है। रविंदर रवि की एक रज़म सी, कंप्यूटर विच ढलियां सोचां सिमरन शक्ति विच मशीनां, हाव भाव बिन जग ठंडियां। इवें टीवी फ्रिज स्टोव मेरिया लोड़ां, चिकन बीफ हैमबर्गर मेरा भोजन। महेंद्र सुमल दे कुछ लाइनां ने, इत्थे डॉलर गल भारू, इत्थे हड्ड कुटवाना, इत्थे ओवर टाइम दीयां गल्लां, ना कोयल ना गाना। इकबाल दी कुछ सतरा ने, मेहमान नहीं जानते केक कटदे अक्सर अपनी जुबान भी कटनी पैंदी है कि लिविंग रूम च सजा मिट्टी का मेमना कदे भी भौंक सकता है, बोतल च उगया मनी प्लांट तुहाड़ियां जेबां उड़ा सकता है, किते खमोश बैडरूम ते किते सिर्फ बंदा। इस तरह जगतार ढाह दियां कुछ सतरा ने, पर तेरा दिता चैक बॉक्स निकलिया, जो हकीकतां दी बैंक अंदर कैश ना होया, तां तेरी दिती आजादी साडे लई बन गई दुनिया दा सब तो वड्डा श्राप। इस तरह का ਜਿਹੜੀਆਂ बहुत सारी जी शायरी है वो गल्लां मिलदियां ने। ਜਦੋਂ मैं पढ़ रहा तो बहुत पहला एक सुरजीत पात्र की नज़म के इस तरह के शब्द जोड़े आए थे, राती तो अथरू टेस्ट ट्यूब चुका के देखेंगे, राती तो किस महबूब नूं रोया सी शायद। तो इत्थे भी है पर उस तरह का नहीं है, साडे हुण लोक गीतां दे विच इस तरह की जी गल मिलती है। सो ये जी डायस्पोरिक साहित्य है वो अपनी दुभाषिक स्थितियों के मद्देनजर विदेशी भाषा के गलबे के रूबरू होकर विकसित हो रहा है। इस तरह की भाषा में कोड मिश्रण से कोड परिवर्तन दी जो समाजिक भाषाई स्थितियां ने उभर रही ने, उन्होंने दो अहम पहलू इन्हों निकलते हैं, एक तदभवीकरण, एक प्रतिस्थापन, नेटिवाइजेशन ते रीप्लेसमेंट। तदभवीकरण के संदर्भ में पंजाबी भाषा के 3 व्याकरणिक जिहड़े खंड ने, नाम, विशेषण ते क्रियावी रूप, वो विचारयोग है। आम तौर पर नाम ते विशेषण काफी हद तक जो स्वदेशीकरण उन्होंने होता रहता है, पर क्रियावी रूपों के पंजाबी में जज्ब करने की जी प्रवृत्ति वो घट होती है। पर उपरोक्त जी मैं लाइना पढ़िया ने पहला उन्होंने एक शब्द आया सी खुलासे करना, ये संयुक्त क्रिया रूप के वरत्या गया। तो उस तरह का ये मतलब अपनी निवेकली जी मिसाल निकली है। इस तरह ये जी इस तरह की गल नावल के हरमिंदर चहल का नावल से होर नूं पढ़िया, वो बड़ियां इस तरह की जी भाषा मिलती, वो तेन पिकअप करके ले जूगा, पार्टी तो कंटिन्यू रहूगी, तू एवं ना गिल्टी फील कर, मैं बहुत अपसैट हाँ, हुण मैनूं डायरैक्शन दे चली, उसमें बहुत सारे ने जी इस तरह की भाषा है। तो जिथों तक दूसरा है रिप्लेसमेंट का ताल्लुक शब्दों के प्रतिस्थापन का या बदलने रूपों का मसला है, वो बारे कहा जा सकता है कि पंजाबी के भाषाई पैटर्न में जी ढालण की प्रक्रिया है वो बिल्कुल पंजाबी रवायतों के अनुसार है। मसलन जो कोई पंजाबी शब्द आया तो पंजाबी के व्याकरण के अनुसार ही उन्होंने ढाल के वरते, जिवें वीक तो वीकां, बुक तो बुकां, रोड तो रोडां, छाप तो छापां, इस तरह के। और ये आपां ही नहीं करते, अंग्रेज भी करते हैं, वो भी जो अपने शब्द लिखते हैं वो अपने व्याकरण के अनुसार, जिवें मैं पढ़िया सी सिख तो सिक्स बोलते हैं, चपाती तो चपातीज, वो इस तरह का जिहड़ा है आप भी व्याकरण के अनुसार ढालते, हरेक बुलारे जिहड़े ने वो ढाल लेंदा। सो ये जी प्रवासी पंजाबी साहित्यकारां दी जिहड़ी रचनावां ने उन्होंने इंग्लिश पंजाबी का जो नवा मुहावरा तो मुहांदरा वो उभरदा इस तरह का दिखाई देता है। इस जी भाषा का रिकंस्ट्रक्शन है, पुनर्सिरजना है, जो कि कलात्मक डेविएशन मैं कहना कलात्मक प्रहण है। भाषा के रवायती मुहावरे का संदर्भ बदल के भाषागत वक्रोक्ति का प्रयोग करना लेखक की भाषाई मौलिकता की निशानी होंगी है। प्रवासी पंजाबी साहित्यकारां ने अजिही जी भाषाई मौलिकता के वरत के जाए आधार उन्होंने अपनी साहित्य भाषा की वरतों व्योम के काफी पुनरुसारी की है। वाक व्योम के भी है, वाक व्योम के रवायती रोह रीत तो विरुद्ध या नॉर्म तो विरुद्ध
ਅਦਲਾ ਬਦਲੀ ਕਰਕੇ ਕਿਰਿਆ ਰਹਿਤ ਵਾਕ ਰਚਨਾ, ਵਿਸ਼ੇਸ਼ਣਾਂ ਦੀ ਨਵੀਂ ਵਰਤੋਂ, ਵਿਉਂਤ, ਸ਼ਬਦਕੋਸ਼ ਦੇ ਨਵੇਂ ਸੰਦਰਭ, ਸਵਾਲੀਏ ਵਿਸਮਕ ਵਾਕ ਵਿਧਾਨ ਜਿਹੜਾ ਹੈ ਉਹਨਾਂ ਦੀ ਬੜੀ ਖੂਬਸੂਰਤ ਵਰਤੋਂ, ਜਾਂ ਫਿਰ ਬਹੁਤ ਹੀ ਡੂੰਘੇ ਭਾਵਾਂ ਵਾਲੇ ਵਾਹਕ ਸ਼ਬਦ ਚੁਣਨੇ, ਸਵਰਾਂ ਵਿਅੰਜਨਾਂ ਦੀ ਢੁਕਵੀਂ ਸਥਾਪਨਾ ਕਰਨੀ, ਇਹ ਸਾਰੀਆਂ ਜਿਹੜੀਆਂ ਭਾਸ਼ਿਕ ਯੁਕਤਾਂ ਨੇ ਜਿਨ੍ਹਾਂ ਤੇ ਲੰਮੀ ਚੌੜੀ ਗੱਲ ਕੀਤੀ ਜਾ ਸਕਦੀ ਹੈ ਇਸ ਸਾਹਿਤ ਦੇ ਵਿੱਚ ਹੈ। ਜਿਨ੍ਹਾਂ ਨੂੰ ਵਰਤ ਕੇ ਪ੍ਰਵਾਸੀ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਤਾਜ਼ਗੀ, ਸਜਰਾਪਣ, ਰੌਚਕਤਾ ਨੂੰ ਉਭਾਰਨ ਦਾ ਜਿਹੜਾ ਬੜਾ ਖੂਬਸੂਰਤ ਉਪਰਾਲਾ ਕੀਤਾ ਹੈ। ਔਰ ਪੰਜਾਬੀ ਸਾਹਿਤ ਦੀ ਇਹ ਜਿਹੜੀ ਪੇਸ਼ਕਾਰੀ ਦੀ ਕਲਾ ਹੈ, ਇਹ ਵਿਲੱਖਣਤਾ ਹੀ ਉਹਨਾਂ ਦਾ ਵੱਖਰਾ ਪਛਾਣ ਚਿੰਨ੍ਹ ਹੈ। ਸੋ ਇੰਨੇ ਕੁ ਸਮੇਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।